Hi guys, so here we are again in front of you and welcome on our YouTube channel Spike Imi. So today we're gonna talk about RNIP because बहुत ज़्यादा calls आंदियां हैं इस topic बारे काफ़ी बच्चों ਨੂੰ नहीं पता like employer eligibility या फिर applicant ਦੀ eligibility so ਉਹਦੇ ਬਾਰੇ ਆਪਾਂ ਚਰਚਾ ਕਰਾਂਗੇ again Mr. ਅੰਕੁਰ ਆਪਣੇ ਨਾਲ ਹੈ ਇਹਨਾਂ ਤੋਂ question ਪੁੱਛਾਂਗੇ and let's hope it's gonna help. ਸੋ ਹਾਈ ਅੰਕੁਰ ਅਗੇਨ ਹੁਣ ਆਪਾਂ ਅੱਜ RNIP ਬਾਰੇ ਗੱਲ ਕਰ ਰਹੇ ਹਾਂ ਸੋ ਤੁਸੀਂ ਥੋੜਾ ਜਿਹਾ ਐਲੀਜੀਬਿਲਟੀ ਕ੍ਰਾਈਟੇਰੀਆ ਦੱਸ ਦਿਓ ਸੋ RNIP ਇਜ਼ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅੱਜ ਦਾ ਜਿਹੜਾ ਵੀਡੀਓ ਹੈ ਦਿਸ ਇਜ਼ ਨਾਟ ਪਾਰਟਿਕੂਲਰ ਔਰ ਜਸਟ ਫॉर ਓਨਟਾਰੀਓ PNPs ਸੋ RNIP 11 ਕਮਿਊਨਿਟੀਜ਼ ਦੇ ਵਿੱਚ ਹੈ ਤੇ 5 ਪ੍ਰੋਵਿੰਸਸ ਦੇ ਵਿੱਚ ਹੈ ਸੋ ਆਊਟ ਆਫ ਦੋਜ਼ 5 ਪ੍ਰੋਵਿੰਸਸ ਕਮਿਊਨਿਟੀਜ਼ ਅਲੋਟਡ ਹੈ ਤੇ ਉਹਨਾਂ ਕਮਿਊਨਿਟੀਜ਼ 'ਚ ਜੇ ਤੁਹਾਡੇ ਕੋਲ ਸਟੱਡੀ ਹੈ ਔਰ ਯੂ ਹੈਵ ਐਨ ਐਲੀਜੀਬਲ EMPLOYER ਤੇ ਤੁਸੀਂ ਐਂਡੋਰਸਮੈਂਟ ਵਾਸਤੇ ਅਪਲਾਈ ਕਰ ਸਕਦੇ ਹੋ ਐਂਡ ਦੈਨ ਇਟ ਇਜ਼ ਅ ਫੈਡਰਲ ਪ੍ਰੋਗਰਾਮ not the provincial program. So once you have the endorsement, you can directly apply for federal PR. So ਤੁਸੀਂ recent times ਦੇਖਿਆ ਹੋਣਾ ਕਿ ਬਹੁਤ ਸਾਰੇ consultants, ਬਹੁਤ ਸਾਰੇ agents, they are advertising ਕਿ without work experience ਤੁਸੀਂ ਆਪਣੀ PR ਪਾ ਸਕਦੇ ਹੋ. So this is the program ਜਿਹਦੇ ਵਿੱਚ ਤੁਹਾਨੂੰ experience ਦੀ requirement mandatory ਨਹੀਂ ਹੈ. In case if you do not have any experience but you are meeting certain criteria, ਤੇ ਤੁਸੀਂ ਇਹਦੇ ਚ PR ਪਾ ਸਕਦੇ ਹੋ. Okay, when you say ਕੋਈ experience ਦੀ ਜ਼ਰੂਰਤ ਨਹੀਂ ਮੈਂ ਥੋੜਾ ਸਮਝੀ ਨਹੀਂ like then ਫਿਰ ਤਾਂ ਕੋਈ ਵੀ ਕਰ ਸਕਦਾ ਜਿਹੜਾ ਵੀ ਇੱਥੇ ਆ ਰਿਹਾ ਨਾ ਸੋ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਦੀ ਜੇ ਗੱਲ ਕਰੀਏ ਇਨ ਕੇਸ ਜੇ ਤੁਹਾਡੇ ਕੋਲ ਸੋ ਇਹਦੇ ਚ ਐਕਸਪੀਰੀਅੰਸ ਵੇਵ ਆਫ ਹੋ ਜਾਂਦਾ ਜਿਹੜੀ ਰਿਕੁਆਇਰਮੈਂਟ ਹੈ ਬੇਸਿਕਲੀ ਐਂਡ ਦੈਟ ਇਜ਼ ਵੇਵਡ ਆਫ ਇਨ ਕੇਸ ਜੇ ਤੁਸੀਂ ਪਾਰਟਿਕੂਲਰ ਕਮਿਊਨਿਟੀ ਦੇ ਵਿੱਚ ਇੱਕ ਸਟੱਡੀ ਕੀਤੀ ਹੈ ਸੋ ਸੇ ਜੇ ਆਪਾਂ ਓਨਟਾਰੀਓ ਦੀ 5 ਕਮਿਊਨਿਟੀਜ਼ ਦੀ ਗੱਲ ਕਰੀਏ ਜਿਹੜੀ ਕਿ RNIP ਚ ਫਾਲ ਕਰਦੀਆਂ ਨਾਰਥ ਬੇ, ਥੰਡਰ ਬੇ, ਸਡਬਰੀ, ਸੂਸ ਐਂਡ ਮੇਰੀ, ਟਿਮਨਸ ਸੋ ਜੇ ਤੁਸੀਂ ਇਹਨਾਂ ਕਮਿਊਨਿਟੀਜ਼ ਦੇ ਵਿੱਚ ਰਹਿ ਕੇ ਉੱਥੇ ਸਟੱਡੀ ਕੀਤੀ ਹੈ ਐਂਡ 16 ਮੰਥਸ ਦਾ ਪ੍ਰੋਗਰਾਮ ਕੀਤਾ ਤਾਂ ਤੁਹਾਡੀ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੇਵ ਆਫ ਹੋ ਜਾਂਦੀ ਹੈ ਐਂਡ ਡਾਇਰੈਕਟਲੀ ਸਟੱਡੀ ਤੋਂ ਬਾਅਦ ਤੁਸੀਂ ਕਿਸੇ EMPLOYER ਦੀ ਸਪੋਰਟ ਦੇ ਨਾਲ ਐਂਡੋਰਸਮੈਂਟ ਕਮਿਊਨਿਟੀ ਤੋਂ ਇਸ਼ੂ ਕਰਵਾ ਕੇ ਤੇ ਤੁਸੀਂ ਆਪਣੀ PR ਫਾਈਲ ਕਰ ਸਕਦੇ ਹੋ. ਓਕੇ ਸੋ ਆਪਾਂ ਨੂੰ ਜਸਟ ਕਾਲਜ ਉੱਥੇ ਹੋਣਾ ਚਾਹੀਦਾ ਜਾਂ ਫਿਰ ਆਪਾਂ ਨੂੰ ਲਾਈਕ ਇਟ ਕੈਨ ਬੀ ਆਨਲਾਈਨ ਸਟੱਡੀਜ਼ ਐਸ ਵੈਲ ਔਰ ਯੂ ਹੈਵ ਟੂ ਬੀ ਪ੍ਰੈਜ਼ੈਂਟ ਇਨ ਦੈਟ ਕਮਿਊਨਿਟੀ ਨਹੀਂ ਤੁਹਾਨੂੰ ਉੱਥੇ ਰਹਿਣਾ ਪੈਣਾ ਸੋ ਯੂ ਹੈਵ ਟੂ ਬੀ देयर ਫॉर ਸਰਟਨ ਅਮਾਉਂਟ ਆਫ ਟਾਈਮ ਉਹ ਆਪਾਂ ਰਿਕੁਆਇਰਮੈਂਟ ਸਾਰੀਆਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਾ ਦਾਂਗੇ ਸੋ ਦੈਟ ਯੂ ਡੂ ਨਾਟ ਫੋਰਗੇਟ ਗੋਇੰਗ ਫਾਰਵਰਡ. ਓਕੇ ਐਂਡ ਫॉर ਐਗਜ਼ਾਮਪਲ ਕਿਸੇ ਨੇ ਉੱਥੇ ਨਹੀਂ ਸਟੱਡੀ ਕੀਤੀ so how can they meet the eligibility criteria of this? So if somebody has not studied there ਤਾਂ ਉਹਨਾਂ ਦੀ work experience ਦੀ ਜਿਹੜੀ requirement ਹੈ ਉਹ waive off ਨਹੀਂ ਹੁੰਦੀ. Okay. ਉਹਨਾਂ ਕੋਲ 1 ਸਾਲ ਦਾ experience ਹੋਣਾ ਚਾਹੀਦਾ and then ਉਹ ਉੱਥੇ ਜਾ ਕੇ employer ਤੋਂ sponsorship ਲੈ ਕੇ they can apply for PR, endorsement and PR. Okay, so that work experience has to be full time or? So full time or part time ਉਹ ਕੁਛ ਵੀ ਹੋ ਸਕਦਾ it has to be 15-60 hours in the last 3 years. Okay. ਤੇ ਜਿਹੜੇ ਨੌਕ ਦੀ ਗੱਲ ਕਰੀਏ ਸੁਪੋਜ਼ਿੰਗਲੀ ਜੇ ਤੁਸੀਂ ਨੌਕ ਤੇ ਟੀਅਰ ਦੀ ਗੱਲ ਕਰਦੇ ਆ ਸੋ ਇਨ ਕੇਸ ਇਫ ਯੂ ਆਰ ਵਰਕਿੰਗ ਇਨ ਟੀਅਰ 0 ਤਾਂ ਤੁਸੀਂ ਟੀਅਰ 1 2 3 ਕੋਈ ਵੀ ਜੌਬ ਆਫਰ ਦੇ ਬੇਸ ਤੇ ਤੁਸੀਂ ਆਪਣੀ ਐਂਡੋਰਸਮੈਂਟ ਲੈ ਸਕਦੇ ਹੋ ਇਨ ਕੇਸ ਸੋ ਜੇ ਟੀਅਰ 1 ਹੈ ਟੀਅਰ 2 ਹੈ ਟੀਅਰ 3 ਹੈ ਸੋ ਇੱਕ ਉੱਪਰ ਇੱਕ ਨੀਚੇ ਦੇ ਟੀਅਰ ਦੀ ਤੁਸੀਂ ਜੌਬ ਲੈ ਸਕਦੇ ਹੋ ਬਸ ਜੇ ਟੀਅਰ 5 ਦੀ ਜੌਬ ਹੈ in that case ਤੁਹਾਡੀ ਜਿਹੜੀ job offer ਹੈ that has to be in the similar knock code ਤਾਂ ਤੁਹਾਨੂੰ endorsement issue ਹੁੰਦੀ ਹੈ. So basically all the tiers can be eligible for this. It's not like CEC like you have to no be... so ਇਹ ਵੀ ਇੱਕ ਸਪੈਸ਼ਲਿਟੀ ਹੈ ਇੱਕ ਖਾਸ ਗੱਲ ਹੈ ਇਸ RNIP ਦੀ ਕਿ ਤੁਹਾਨੂੰ ਕੋਈ ਵੀ job offer ਹੁੰਦੀ ਹੈ but ਸਾਰੀ ਕਮਿਊਨਿਟੀਜ਼ ਟਾਈਮ ਟੂ ਟਾਈਮ ਆਪਣੇ occupation ਦੀ ਲਿਸਟ ਚੇਂਜ ਕਰਦੀ ਰਹਿੰਦੀ ਹੈ ਕਿ ਉਹ ਕਿਹੜੇ ਆਕੂਪੇਸ਼ਨ ਨੂੰ ਕਿੰਨਾ ਕੋਟਾ ਅਲੋਟਡ ਹੈ ਕਿੰਨੀਆਂ ਐਂਡੋਰਸਮੈਂਟ ਉਹਨਾਂ ਨੇ ਇਸ਼ੂ ਕਰਨੀ ਹੈ ਸੋ ਇਹ ਹਰ ਕਿਸੇ ਕਮਿਊਨਿਟੀ ਦੀ ਵੈਬਸਾਈਟ ਤੇ ਅਵੇਲੇਬਲ ਹੈ ਡਾਟਾ ਡੈਫੀਨਿਟਲੀ ਲਾਈਕ ਆਕੂਪੇਸ਼ਨ ਦਾ ਟ੍ਰੈਫਿਕ ਦੇਖਦੇ ਹੋਏ ਉਹ ਇਸ ਚੀਜ਼ ਨੂੰ ਦੈਟਸ ਰਾਈਟ ਸੋ ਬੇਸਿਕਲੀ ਸਕਿੱਲ ਸ਼ਾਰਟੇਜ ਹੈ ਸੋ ਕਮਿਊਨਿਟੀ ਜਿਹੜੇ ਸਕਿੱਲ ਦੀ ਸ਼ਾਰਟੇਜ ਹੈ ਦੇ ਆਰ ਇਸ਼ੂਇੰਗ ਦੀ ਐਂਡੋਰਸਮੈਂਟ ਟੂ ਦੈਟ ਪਾਰਟਿਕੂਲਰ ਸਕਿੱਲ ਤਾਂ ਕਿ ਕੋਈ ਵੀ ਉੱਥੇ ਆ ਕੇ ਸੈਟਲ ਹੋਵੇ ਤੇ ਉਸ ਕਮਿਊਨਿਟੀ ਫਾਈਨੈਂਸ਼ਲੀ ਐਂਡ ਇਕਨੋਮਿਕਲੀ ਉਹਨਾਂ ਨੂੰ ਸਪੋਰਟ ਕਰੇ ਕਿਉਂਕਿ ਹਰ PNP ਦਾ ਲੌਜਿਕ ਕੀ ਹੁੰਦਾ ਹੈ ਕਿ ਉੱਥੇ ਸਕਿੱਲ ਸ਼ਾਰਟੇਜ ਹੈ ਦੈਟ ਇਜ਼ ਵਾਈ ਦੇ ਆਰ ਸਪੋਰਟਿੰਗ ਯੂ ਕਿ ਤੁਸੀਂ ਉੱਥੇ ਆ ਕੇ ਸੈਟਲ ਹੋਗੇ ਤਾਂ ਪ੍ਰੋਵਿੰਸ ਨੂੰ ਵੀ ਫਾਇਦਾ ਹੈ ਤੁਹਾਨੂੰ ਵੀ ਫॉर एग्जांपल
ਜਿਹਦੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਬਟ ਦੇ ਹੈਵ ਜੌਬ ਆਫਰ ਐਂਡ ਕਿਸੇ ਵੀ EMPLOYER ਦੇ ਅੰਡਰ ਹੋ ਸਕਦੀ ਔਰ ਕੋਈ EMPLOYER ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਇਹਦੇ ਵਿੱਚ? ਨੋ, ਸੋ ਦਾ EMPLOYER ਜਿਹੜਾ ਉੱਥੇ ਕੀ ਹੈ ਗੁੱਡ ਸਟੈਂਡਿੰਗ ਦੇ ਵਿੱਚ ਪਰਟੀਕੂਲਰ ਕਮਿਊਨਿਟੀ ਦੇ ਵਿੱਚ ਕੰਮ ਕਰ ਰਿਹਾ ਪਿਛਲੇ 2 ਸਾਲਾਂ ਤੋਂ, ਦੇ ਕੈਨ ਬੀ ਐਨ ਐਲੀਜੀਬਲ EMPLOYER, ਤੇ ਉਹਨਾਂ ਨੂੰ ਬੇਸਿਕਲੀ ਆਪਣੀ ਜਿਹੜੀ ਕੰਪਨੀ ਕਾਰਪੋਰੇਸ਼ਨ ਹੈ ਉਹ ਲੋਕਲ ਕਮਿਊਨਿਟੀ ਤੋਂ ਅਪਰੂਵ ਕਰਵਾਉਣੀ ਪੈਂਦੀ ਬਿਫੋਰ ਦੇ ਗੈਟ ਦੀ ਐਂਡੋਰਸਮੈਂਟ ਫॉर ਸਮਬਡੀ। Okay. And I have one interesting question. For example, like usually ਜਦੋਂ ਬੱਚੇ 2 certificates ਕਰਦੇ ਆ 1+1, right? They get 3 years of work permit. So in this case, like if in the community I have spent 16 months in the last 24 hours, as you said, right? ਕਿ ਹੋਣੇ ਚਾਹੀਦੇ ਕਿ ਮੈਂ 2 certificates ਕੀਤੇ ਆ, so still I can be eligible? Like waive off ਹੋ ਜਾਊਗਾ ਮੇਰਾ experience ਵਾਲਾ? ਨੋ, ਸੋ ਇਹਦੀ ਰਿਕੁਆਇਰਮੈਂਟ ਇਹ ਹੈ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਹ 2 ਸਾਲ ਦਾ ਹੋਣਾ ਚਾਹੀਦਾ। ਦੈਟ ਮੀਨਸ 16 months of study makes you eligible for this program. So unlike other PNPs ਜਾਂ ਆਪਾਂ ਓਨਟਾਰੀਓ ਦੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਜਿਹਦੇ 'ਚ ਰੀਸੈਂਟਲੀ ਹੁਣ ਚੇਂਜਸ ਆਏ ਸੀਗੇ, ਸੋ ਉਹਦੇ 'ਚ ਵੀ ਪਹਿਲੇ ਜਿਹੜੀ ਰਿਕੁਆਇਰਮੈਂਟ ਸੀ ਦੈਟ ਵਾਸ ਕਿ 2 ਸਾਲ ਦੀ ਤੁਹਾਡੀ ਸਟੱਡੀ ਇੱਕੋ ਹੀ ਕੋਰਸ ਹੋਣਾ ਚਾਹੀਦਾ। ਸੋ ਦੇ ਰੀਸੈਂਟਲੀ ਚੇਂਜ ਇਟ ਟੂ ਕਿ ਜੇ 1 ਸਾਲ ਦੀ ਤੁਸੀਂ ਸਟੱਡੀ ਕੀਤੀ ਹੈ ਜਾਂ 1 ਸਾਲ ਦੇ 2 ਕੋਰਸ ਵੀ ਕੀਤੇ ਆ, you can still apply, but ਇਹਦੇ 'ਚ ਹਜੇ ਕੋਈ changes ਨਹੀਂ ਆਏ। In this program your study has to be at least 16 months, which means 2 years. Okay, so for example, if I have studied like outside that community, so like only my experience at the work permit will be countable towards it, or like even if I have gained some experience on study permit, that would be? So study ਵਾਲਾ ਵੀ count ਹੁੰਦਾ Okay. because ਇਹਦੀ ਜਿਹੜੀ work experience ਦੀ ਤੁਸੀਂ requirement ਦੇਖੋਗੇ in case if you want to go to the official website, so that says ਤੁਹਾਡਾ ਇੱਕ ਇੱਥੇ status ਹੋਣਾ ਚਾਹੀਦਾ legal status, which means study is a legal status, and then your part-time experience is also counted. Okay, yeah, when we are student we can only work part-time. Yes, so ਤੁਹਾਡੇ ਕੋਲ as a student 20 ਘੰਟੇ ਦੇ working rights ਹੁੰਦੇ ਆ, going forward ਜਿਹੜੇ ਕਿ 24 ਘੰਟੇ ਹੋ ਰਹੇ ਆ ਸੈਪਟੈਂਬਰ ਤੋਂ, so ਉਹ ਵੀ count ਹੋਏਗਾ। So ਮੈਂ overseas ਜੇ experience gain ਕੀਤਾ then how would I get eligible for this? ਤੁਹਾਡੇ ਕੋਲ ਐਟਲੀਸਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਉਹ ਕਿਧਰੇ ਦਾ ਵੀ ਹੋ ਸਕਦਾ। ਸੋ ਬੇਸਿਕਲੀ ਇਫ ਯੂ ਆਰ ਨਾਟ ਇਨ ਦ ਕਮਿਊਨਿਟੀ, ਤੁਸੀਂ ਕਿਧਰੇ ਬਾਹਰ ਸਟੱਡੀ ਕੀਤੀ ਹੈ ਐਂਡ ਬਾਹਰ ਹੀ ਕੰਮ ਕੀਤਾ, ਤੁਹਾਡੇ ਕੋਲ ਪ੍ਰਾਇਰ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਐਂਡ ਦੈਨ ਅਗੇਨ Job offer. Okay, and then only I can apply for the endorsement. That is right, yeah. ਸੋ ਤੁਸੀਂ ਥੋੜਾ ਜਿਹਾ ਆਪਣੇ ਵਿਊਅਰਸ ਨੂੰ ਇਸ ਪ੍ਰੋਗਰਾਮ ਦੀ ਟਾਈਮਲਾਈਨ ਬਾਰੇ ਦੱਸਣਾ ਚਾਹੋਗੇ? ਆਫ ਕੋਰਸ, ਸੋ ਕਮਿਊਨਿਟੀ ਕੋਲ ਜਦੋਂ ਆਪਾਂ ਐਂਡੋਰਸਮੈਂਟ ਲੈਣ ਵਾਸਤੇ ਜਾਂਦੇ ਆ, ਇਟ ਡਿਪੈਂਡਸ ਔਨ ਦੀ ਕਮਿਊਨਿਟੀ ਕਿ ਉਸ ਟਾਈਮ ਤੇ ਉਸ ਆਕੂਪੇਸ਼ਨ ਨੂੰ ਐਂਡੋਰਸਮੈਂਟ ਇਸ਼ੂ ਕਰ ਰਹੇ ਹੈ ਕਿ ਨਹੀਂ ਕਰ ਰਹੇ ਹੈ। ਓਕੇ, ਜੇ ਕਰ ਰਹੇ ਹੈ, so it takes about 7 to 15 days to get the endorsement, and then we apply for the federal application, which is PR federal ਦੀ ਆਪਾਂ ਮੰਨ ਕੇ ਚੱਲੀਏ ਤੇ ਉਹਦਾ processing time on an average 4 ਤੋਂ ਲੈ ਕੇ 10 ਮਹੀਨੇ ਦੇ ਵਿੱਚ ਰਹਿੰਦਾ। Okay, so it could be anything like That's as least as like 4 months and it could be 10 months as well. ਜਿੱਦਾਂ ਬਾਕੀ ਸਟਰੀਮਸ ਦੇ ਵਿੱਚ ਆਪਾਂ ਨੂੰ ਕੁਝ ਸੈਟਲਮੈਂਟ ਫੰਡਸ ਦੀ ਜ਼ਰੂਰਤ ਹੁੰਦੀ ਹੈ, ਇਹਦੇ ਵਿੱਚ ਕੀ ਕ੍ਰਾਈਟੇਰੀਆ ਰਹਿੰਦਾ ਸੈਟਲਮੈਂਟ? ਸੋ ਯੈਸ, ਇਹਦੇ 'ਚ ਵੀ ਆਪਾਂ ਨੂੰ ਸੈਟਲਮੈਂਟ ਫੰਡਸ ਦਿਖਾਣੇ ਪੈਂਦੇ ਆ, ਤੇ ਜੇ ਆਪਾਂ ਗੱਲ ਕਰੀਏ ਸਿੰਗਲ ਐਪਲੀਕੈਂਟ ਵਾਸਤੇ ਦੈਟ ਇਜ਼ ਅਪਰੋਕਸੀਮੇਟਲੀ $2,400, ਤੇ ਜੇ ਕੋਈ ਮੈਰਿਡ ਐਪਲੀਕੈਂਟ ਹੈ ਤਾਂ $3,000 ਤੁਸੀਂ ਆਪਣੇ ਅਕਾਊਂਟਸ ਦਿਖਾਣੇ ਹੈ। Okay, that is the requirement of this stream. okay, not that much like other streams, Yeah, right? really, yeah. Okay. And ਜਿੱਦਾਂ ਲਾਈਕ ਓਕੇ ਜਿੱਦਾਂ ਇੰਟਰਨੈਸ਼ਨਲ ਸਟਰੀਮ ਹੈ ਉਹਦੇ ਵਿੱਚ ਆਪਾਂ ਨੂੰ IELTS ਦੀ ਜ਼ਰੂਰਤ ਨਹੀਂ ਹੁੰਦੀ, ਬਟ ਅਗੇਨ ਜੇ ਆਪਾਂ ਕਰ ਲੈਂਦੇ ਹਾਂ ਤਾਂ ਪੁਆਇੰਟਸ ਵੱਧ ਜਾਂਦੇ। ਆਈ ਨੋ ਇਹਦੇ 'ਚ ਕੋਈ ਪੁਆਇੰਟ ਸਿਸਟਮ ਨਹੀਂ ਹੈ, ਬਟ IELTS ਦੀ ਜ਼ਰੂਰਤ ਹੈਗੀ ਇਹਦੇ ਵਿੱਚ? Yes. Okay. ਇਹਦੇ 'ਚ IELTS mandatory requirement ਹੈ। ਸੋ CLB 4 ਤੋਂ ਲੈ ਕੇ CLB 6 ਤੱਕ ਦੀ ਰਿਕੁਆਇਰਮੈਂਟ ਰਹਿੰਦੀ ਡਿਪੈਂਡਿੰਗ ਔਨ ਤੁਹਾਨੂੰ ਕਿਹੜੇ ਟੀਅਰ ਦੀ ਜੌਬ ਆਫਰ ਮਿਲ ਰਹੀ ਹੈ। Okay. ਸੋ ਵਨਸ ਯੂ ਹੈਵ ਦੀ ਜੌਬ ਆਫਰ then we can see ਕਿ ਤੁਹਾਡੀ particular requirement ਕੀ ਹੈ to become eligible. So English proficiency test, like it Is would be mandatory. PT or It self-paper. is mandatory in Okay, this, but it yes. is mandatory. Yeah, like I hope like we have already cleared most of our doubts, and ਜੇ ਤੁਹਾਡੇ ਕੋਈ ਹੋਰ ਵੀ questions ਹੈਗੇ ਆ ਤਾਂ ਤੁਸੀਂ comments 'ਚ post ਕਰ ਸਕਦੇ ਹੋ, we'll answer them. ਹੋਰ ਅੰਕੁਰ ਜੀ, ਜੇ ਤੁਸੀਂ ਕੁਝ ਹੋਰ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ, ਆਪਣੇ viewers ਨੂੰ ਦੱਸਣਾ ਚਾਹੁੰਦੇ ਆ ਜਿਹੜਾ accidentally ਮੈਂ ਆਪਣੇ questions 'ਚ ਭੁੱਲ ਗਈ ਹੋਵਾਂ, so please add up. Of course, so
ਰੀਸੈਂਟ ਅਨਾਉਂਸਮੈਂਟ ਦੇ ਅਕੋਰਡਿੰਗ ਇਮੀਗ੍ਰੇਸ਼ਨ ਮਿਨਿਸਟਰ ਦੀ ਜਿਹੜੀ ਅਨਾਉਂਸਮੈਂਟ ਸੀ ਇਹ ਪ੍ਰੋਗਰਾਮ ਨੂੰ ਪਰਮਾਨੈਂਟ ਕਰ ਦਿੱਤਾ ਬਿਕੋਜ਼ ਅਰਲੀਅਰ ਇਟ ਵਾਸ ਅ ਪਾਇਲਟ ਪ੍ਰੋਗਰਾਮ ਐਂਡ ਸੈਪਟੈਂਬਰ ਤੋਂ ਵੀ ਵਿਲ ਸੀ the communities accepting new applications. Okay. So be ready and communities to move on stage in case if you're looking for easy PR options. There are chances कि communities भी और increase होंगी. Okay. That's So yeah, work interesting. experience is not mandatory. You just need the job offer and endorsement to apply directly for PR. So consultants usually add kar de, but they do not tell what is the requirement, you know. ਸੋ ਯਾ ਡੈਫੀਨਿਟਲੀ ਹੁਣ ਦੇ ਐਕਸਪ੍ਰੈਸ ਐਂਟਰੀ ਨੂੰ ਦੇਖਦੇ ਹੋਏ ਤਾਂ ਲੱਗ ਰਿਹਾ ਕਿ ਬਹੁਤ ਬੱਚਿਆਂ ਨੂੰ ਘਰ ਹੀ ਜਾਣਾ ਪਊਗਾ ਆਪਣੇ ਬੈਕ ਹੋਮ ਕੰਟਰੀ ਜਾਣਾ ਪਊਗਾ ਸੋ ਨਹੀਂ ਹੋਪਫੁਲੀ ਜਾਣਾ ਕਿਸੇ ਨੂੰ ਨਹੀਂ ਚਾਹੀਦਾ ਬਟ ਦੇ ਆਰ ਮੇਕਿੰਗ ਇਟ ਟਫ ਰਾਈਟ ਨਾਓ ਸੋ ਵਾਟ ਕੈਨ ਵੀ ਸੇ everybody has tried hard to reach here. Yeah, that's right? the concern. So we hope nobody goes back and everybody gets settled here. Yeah, so definitely ਜੇ ਇੱਕ easiest program ਹੈਗਾ ਇਹ ਜੇ ਤੁਸੀਂ definitely PR ਦੀ option ਲੱਭ ਰਹੇ ਹੋ ਤਾਂ but again you're gonna need the job offer. So I hope like it helps you in some way. ਬਾਕੀ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ again you can reach out to us and again the drill is don't forget to Subscribe. Oh, bell icon button. don't forget to share, like and subscribe to our channel and we'll see you in the next one. Thank you.